ਦਵਿੰਦਰ ਸਿੰਘ ਬੈਨੀਪਾਲ ਵੱਲੋਂ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਾਂਗਾ। ਖਬਰਾਂ ਕਿਹੜੀਆਂ ਨੇ ਉਹ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰਦਾ। ਸਭ ਤੋਂ ਪਹਿਲੀ ਖਬਰ ਤਾਂ ਇਹ ਹੈ ਕਿ ਰਾਸ਼ਟਰਪਤੀ ਟਰੰਪ ਸਾਹਿਬ ਨੇ ਇੱਕ ਟਵੀਟ ਲਿਖਿਆ ਕਿ ਗ੍ਰੇਟ ਨਿਊਜ਼, ਮਹਾਨ ਖਬਰ, ਵੱਡੀ ਖਬਰ ਕੀ ਹੈ। ਤੇ ਹਾਲੇ ਉਹਨਾਂ ਨੇ ਟਵੀਟ ਕੀਤਾ ਹੀ ਸੀ ਤੇ ਉਹਦੇ ਤੋਂ ਬਾਅਦ ਜਿਹੜੇ ਡਾਕਟਰ ਐਂਥਨੀ ਫੌਚੀ ਨੇ, ਜਿਹੜਾ ਕੋਈ ਸਮਾਂ ਸੀ ਥੋੜੇ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਸਾਹਿਬ ਕੁਝ ਕਰਦੇ ਸੀ ਅਤੇ ਡਾਕਟਰ ਫੌਚੀ ਕੁਝ ਕਹਿੰਦੇ ਸਨ, ਭਾਵ ਦੋਵਾਂ ਦਾ 36 ਦਾ ਅੰਕੜਾ ਸੀ। ਪਰ ਬੀਤੇ ਕੁਝ ਕੁ ਦਿਨਾਂ ਤੋਂ ਰਾਸ਼ਟਰਪਤੀ ਟਰੰਪ ਸਾਹਿਬ ਦੇ ਸੁਰ ਬਦਲੇ, ਉਹ ਵੀ ਡਾਕਟਰ ਫੌਚੀ ਦੇ ਸੁਰ ਵਿੱਚ ਸੁਰ ਮਿਲਾ ਰਹੇ ਨੇ। ਤੇ ਉਹਦੇ ਤੋਂ ਬਾਅਦ ਡਾਕਟਰ ਫੌਚੀ ਨੇ ਵੀ ਇੱਕ ਬਿਆਨ ਦਿੱਤਾ ਹੈ। ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾਇਨੇ ਰੱਖਦੀ ਖਬਰ ਹੈ, ਇਕੱਲੇ ਅਮਰੀਕਨ ਲੋਕਾਂ ਵਾਸਤੇ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਵਾਸਤੇ ਜਿਹੜੇ ਕਰੋਨਾ ਵਾਇਰਸ ਨੂੰ ਲੈ ਕੇ ਰੋਜ਼ਾਨਾ ਅਪਡੇਟ ਦੀ ਤਲਾਸ਼ ਵਿੱਚ ਰਹਿੰਦੇ ਆ। ਇਹਦੇ ਨਾਲ ਜਦੋਂ ਮੈਂ ਜ਼ਿਕਰ ਕੀਤਾ ਕਿ ਰਾਸ਼ਟਰਪਤੀ ਟਰੰਪ ਸਾਹਿਬ ਨੇ ਇੱਕ ਟਵੀਟ ਕੀਤਾ ਤੇ ਟਵੀਟ ਤੋਂ ਜ਼ਿਕਰ ਇੱਕ ਹੋਰ ਕਰਨਾ ਚਾਹੁੰਦਾ ਕਿ ਕੱਲ੍ਹ ਬਹੁਤ ਅਹਿਮ ਤੇ ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਨੂੰ ਹੈਕਰਾਂ ਵੱਲੋਂ ਹੈਕ ਕਰ ਲਿਆ ਗਿਆ। ਉਹਨਾਂ ਵਿੱਚ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਬਰਾਕ ਓਬਾਮਾ ਵੀ ਨੇ, ਮਾਈਕਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਵੀ ਨੇ, ਟੈਸਲਾ ਦੇ CEO ਵੀ ਨੇ ਅਤੇ ਕੁਝ ਹੋਰ ਅਹਿਮ ਵਿਅਕਤੀਆਂ ਦੇ ਟਵਿੱਟਰ ਖਾਤੇ ਹੈਕ ਕੀਤੇ ਗਏ। ਕੁਝ ਮਿੰਟਾਂ ਦੇ ਵਿੱਚ ਸੰਨ ਲਾ ਲਈ ਗਈ। ਉਹ ਖਬਰ ਬਹੁਤ ਅਹਿਮ ਹੈ। ਇਹਦੇ ਨਾਲ ਅਗਲੀ ਖਬਰ ਕੋਲੰਬੀਆ ਦੀ ਹੈ। ਕੋਲੰਬੀਆ ਦੇ ਵਿੱਚ ਇੱਕ ਪਾਸੇ ਸਰਕਾਰ ਨੇ ਕਰੋਨਾ ਵਾਇਰਸ ਨੂੰ ਲੈ ਕੇ ਲੋਕਡਾਊਨ ਕੀਤਾ ਹੋਇਆ, ਪਰ ਦੂਸਰੇ ਪਾਸੇ ਜਿਹੜੇ ਲੋਕ ਲੋਕਡਾਊਨ ਦੀਆਂ ਧੱਜੀਆਂ ਉਡਾ ਰਹੇ ਨੇ, ਇੱਕ ਪੈਰਲਰ ਹੋਰ ਲੋਕਡਾਊਨ ਚੱਲ ਰਿਹਾ ਉੱਥੋਂ ਦੇ ਗੈਂਗਸਟਰਸ ਵੱਲੋਂ, ਡਰੱਗ ਮਾਫੀਏ ਦੇ ਵੱਲੋਂ। ਤੇ ਜਿਹੜਾ ਉਹਨਾਂ ਦਾ ਕਿਹਾ ਮੰਨ ਨਹੀਂ ਰਿਹਾ, ਨਿਯਮਾਂ ਨੂੰ ਤੋੜ ਭੰਨ ਕਰ ਰਿਹਾ, ਧੱਜੀਆਂ ਉਡਾ ਰਿਹਾ, ਉਹਨਾਂ ਨੂੰ ਜਿਹੜੀ ਸਜ਼ਾ ਦੇ ਰਹੇ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਨ ਵਾਲੀ, ਕਿ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਰਹੇ ਨੇ, ਗੋਲੀ ਮਾਰ ਰਹੇ ਨੇ। ਇਹ ਕੁਝ ਖਬਰਾਂ ਦੇ ਉੱਤੇ ਮੈਂ ਤਫਸੀਲ ਨਾਲ ਚਰਚਾ ਕਰਨੀ ਚਾਹੁੰਦਾ, ਪਰ ਉਸ ਤੋਂ ਪਹਿਲਾਂ ਤੁਹਾਡਾ ਇੱਕ ਵਾਰੀ ਫਿਰ ਤੋਂ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਵੀ ਹੁਣ ਤੱਕ ਇਸ ਚੈਨਲ ਨੂੰ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ। ਬਹੁਤ ਤੁਹਾਡਾ ਧੰਨਵਾਦ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਪਰ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਉਹਨਾਂ ਨੂੰ ਅਪੀਲ ਹੈ, ਬੇਨਤੀ ਹੈ ਕਿ ਤੁਸੀਂ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਦਬਾ ਲਓ ਅਤੇ ਨਾਲ ਪ੍ਰੋਗਰਾਮ ਨੂੰ ਲਾਈਕ ਕਰਨਾ ਵੀ ਨਾ ਭੁੱਲਿਆ ਕਰੋ। ਦਿਲੋਂ ਧੰਨਵਾਦੀ ਹੋਵਾਂਗਾ। ਤੇ ਹੁਣ ਕੁਝ ਅਹਿਮ ਖਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲੀ ਤੇ ਅਹਿਮ ਖਬਰ ਇਹ ਹੈ ਕਿ ਰਾਸ਼ਟਰਪਤੀ ਟਰੰਪ ਸਾਹਿਬ ਨੇ ਇੱਕ ਟਵੀਟ ਕੀਤਾ ਗ੍ਰੇਟ ਨਿਊਜ਼ ਲਿਖ ਕੇ। ਬਾਅਦ ਦੇ ਵਿੱਚ ਉਸ ਦਾ ਬਿਊਰਾ, ਉਸ ਦੀ ਤਫਸੀਲ ਆਈ ਕਿ ਉਹਨਾਂ ਨੇ ਇਹ ਆਖ ਦਿੱਤਾ ਕਿ ਬਹੁਤ ਛੇਤੀ ਕਰੋਨਾ ਵਾਇਰਸ ਦੀ ਇੱਕ ਦਵਾਈ ਅਮਰੀਕਨ ਲੋਕਾਂ ਦੇ ਹੱਥਾਂ ਵਿੱਚ ਹੋਏਗੀ, ਭਾਵ ਕਰੋਨਾ ਵਾਇਰਸ ਤੋਂ ਉਹਨਾਂ ਨੂੰ ਬਚਾਉਣ ਵਾਸਤੇ ਇੱਕ ਕਾਰਗਰ ਦਵਾਈ ਵੱਲ ਨੂੰ ਅਮਰੀਕਾ ਵਧ ਰਿਹਾ ਹੈ। ਜਦੋਂ ਇਹ ਖਬਰ ਲੋਕਾਂ ਦੇ ਕੰਨੀ ਪਈ, ਲੋਕਾਂ ਨੇ ਰਾਸ਼ਟਰਪਤੀ ਟਰੰਪ ਸਾਹਿਬ ਦਾ ਟਵੀਟ ਦੇਖਿਆ, ਧਰਵਾਸ ਹੋਇਆ, ਕਿਉਂਕਿ ਇੱਕ ਜ਼ਿੰਮੇਵਾਰ ਵਿਅਕਤੀ ਵੱਲੋਂ ਇਹ ਬਿਆਨ ਦੇਣਾ ਬਹੁਤ ਵੱਡਾ ਤੇ ਵੱਡਾ ਮਾਇਨੇ ਰੱਖਦਾ ਹੈ ਕਿ ਗ੍ਰੇਟ ਨਿਊਜ਼। ਇਹਦੇ ਤੋਂ ਬਾਅਦ ਡਾਕਟਰ ਫੌਚੀ ਨੇ ਜੋ ਬਿਆਨ ਦਿੱਤਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਆਖੀ ਜਾ ਸਕਦੀ ਹੈ। ਡਾਕਟਰ ਫੌਚੀ ਨੇ ਕਿਹਾ ਕਿ ਫਾਰਮਾਸਿਊਟੀਕਲ ਕੰਪਨੀ ਜਿਹੜੀ ਮੋਡਰਨਾ ਹੈ, ਉਹਦੀ ਜਿਹੜੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ, ਉਹਦੇ ਹੁਣ ਤੱਕ ਦੇ ਸਾਰੇ ਪ੍ਰੀਖਣ, ਸਾਰੇ ਦੇ ਸਾਰੇ ਨਤੀਜੇ ਸਕਾਰਾਤਮਕ ਨੇ, ਭਾਵ ਉਹ ਕਾਰਗਰ ਸਾਬਤ ਹੋ ਰਹੀ ਹੈ। ਇਸ ਤੋਂ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਸਾਹਿਬ ਨੇ ਵੀ ਟਵੀਟ ਕੀਤਾ ਸੀ। ਹੁਣ ਮਹਾਮਾਰੀ ਦੇ ਜਾਂ ਵਾਇਰਸ ਰੋਗਾਂ ਦੇ ਸਭ ਤੋਂ ਵੱਡੇ ਡਾਕਟਰ ਨੇ ਅਮਰੀਕਾ ਦੇ ਵਿੱਚ, ਜਿਨ੍ਹਾਂ ਨੂੰ ਇਹ ਜ਼ਿੰਮਾ ਸੌਂਪਿਆ ਹੋਇਆ ਮਹਾਮਾਰੀ ਦਾ, ਡਾਕਟਰ ਐਂਥਨੀ ਫੌਚੀ। ਮੈਂ ਜ਼ਿਕਰ ਕਰ ਰਿਹਾ ਸੀ ਡਾਕਟਰ ਫੌਚੀ, ਜਿਹੜਾ ਬੀਤੇ ਦਿਨਾਂ ਦੇ ਵਿੱਚ ਕੋਈ ਵੀ ਕਹਿੰਦੇ ਸੀ ਕਿ ਆਹ ਕੰਮ ਕਰਨਾ ਹੈ, ਰਾਸ਼ਟਰਪਤੀ ਟਰੰਪ ਸਾਹਿਬ ਕਈ ਵਾਰੀ ਉਹਦੇ ਉਲਟ ਬਿਆਨਬਾਜ਼ੀ ਕਰਦੇ ਸੀ। ਪਰ ਬੀਤੇ ਸ਼ਨੀਚਰਵਾਰ ਤੋਂ ਦੇਖਿਆ ਜਾ ਰਿਹਾ ਉਹ ਜੇਕਰ ਕਿਸੇ ਜਨਤਕ ਥਾਂ ਤੇ ਜਾ ਰਹੇ ਨੇ ਤਾਂ ਰਾਸ਼ਟਰਪਤੀ ਸਾਹਿਬ ਮਾਸਕ ਵੀ ਪਹਿਨ ਰਹੇ ਨੇ। ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਡਾਕਟਰ ਫੌਚੀ ਜੋ ਆਖ ਰਹੇ ਨੇ, ਅਸੀਂ ਉਹ ਸਾਰੀਆਂ ਗੱਲਾਂ ਹੁਣ ਲਾਗੂ ਕਰ ਰਹੇ ਹਾਂ। ਭਾਵ ਉਹਨਾਂ ਦੇ ਕਹਿਣ ਦਾ ਸੀ ਕਿ ਡਾਕਟਰ ਫੌਚੀ ਅਤੇ ਟਰੰਪ ਪ੍ਰਸ਼ਾਸਨ ਦੇ ਵਿਚਕਾਰ ਪੂਰਾ ਤਾਲਮੇਲ ਹੈ, ਕੋਈ 36 ਵਾਲਾ ਅੰਕੜਾ ਨਹੀਂ।
ਹੁਣ ਡਾਕਟਰ ਐਂਥਨੀ ਫੌਚੀ ਕਹਿ ਰਹੇ ਨੇ ਕਿ ਇਸ ਸਾਲ ਦੇ ਅਖੀਰ ਤੱਕ ਅਮਰੀਕਾ ਦੇ ਲੋਕਾਂ ਨੂੰ ਦਵਾਈ ਮਿਲ ਜਾਣੀ ਹੈ। ਇਹਦਾ ਮਤਲਬ ਜੇ ਰਾਸ਼ਟਰਪਤੀ ਟਰੰਪ ਸਾਹਿਬ ਕਹਿ ਰਹੇ ਨੇ, ਜੇ ਵਾਇਰਸ ਰੋਗਾਂ ਦੇ ਮਾਹਿਰ ਡਾਕਟਰ ਐਂਥਨੀ ਫੌਚੀ ਕਹਿ ਰਹੇ ਨੇ, ਤਾਂ ਬਹੁਤ ਜ਼ਿੰਮੇਵਾਰੀ ਵਾਲੀ ਖਬਰ ਹੈ, ਜ਼ਿੰਮੇਵਾਰ ਵਿਅਕਤੀਆਂ ਵੱਲੋਂ ਦਿੱਤੀ ਖਬਰ ਹੈ। ਇਹਦੇ ਨਾਲ ਇਹਦੇ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਰੂਸ ਨੇ ਵੀ ਆਖ ਦਿੱਤਾ ਸੀ, ਰੂਸ ਦੇ ਵਿਗਿਆਨੀਆਂ ਨੇ ਆਖ ਦਿੱਤਾ ਸੀ ਕਿ ਅਸੀਂ ਸਤੰਬਰ ਮਹੀਨੇ ਤੱਕ ਕਰੋਨਾ ਦੀ ਵੈਕਸੀਨ ਦੁਨੀਆ ਨੂੰ ਦੇ ਦਿਆਂਗੇ। ਇਹਦੇ ਨਾਲ ਡਾਕਟਰ ਫੌਚੀ ਨੇ ਇਹ ਵੀ ਆਖ ਦਿੱਤਾ ਕਿ ਜੇਕਰ ਅਮਰੀਕਾ ਦੇ ਵਿਗਿਆਨੀ ਦਵਾਈ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੇ ਨੇ, ਮੈਨੂੰ ਇਸ ਵਿੱਚ ਕੋਈ ਨਾਰਾਜ਼ਗੀ ਨਹੀਂ, ਕੋਈ ਗਿਲਾ ਨਹੀਂ ਕਿ ਜੇਕਰ ਚੀਨ ਵਾਲੇ ਸਾਡੇ ਤੋਂ ਵੀ ਇੱਕ ਕਦਮ ਅੱਗੇ ਵੱਧ ਕੇ ਦਵਾਈ ਬਣਾ ਲੈਂਦੇ ਨੇ। ਉਹ ਕਹਿੰਦੇ ਮਸਲਾ ਇਸ ਗੱਲ ਦਾ ਨਹੀਂ ਕਿ ਦਵਾਈ ਜਰਮਨੀ ਬਣਾ ਰਿਹਾ ਹੈ, ਦਵਾਈ ਰੂਸ ਬਣਾ ਰਿਹਾ ਹੈ, ਦਵਾਈ ਭਾਰਤ, ਆਸਟ੍ਰੇਲੀਆ ਜਾਂ ਅਮਰੀਕਾ ਬਣਾ ਰਿਹਾ ਜਾਂ ਫਿਰ ਚੀਨ ਬਣਾ ਰਿਹਾ। ਅਸਲ ਦੇ ਵਿੱਚ ਇਸ ਵਕਤ ਦਵਾਈ ਦੀ ਜ਼ਰੂਰਤ ਦੁਨੀਆ ਨੂੰ ਹੈ। ਦੁਨੀਆ ਦਾ ਕੋਈ ਵੀ ਮੁਲਕ ਬਣਾਵੇ, ਪਰ ਦਵਾਈ ਉਹ ਬਣਾਵੇ ਜਿਹਦੇ ਨਾਲ ਕਰੋਨਾ ਵਾਇਰਸ ਦੇ ਰੋਗੀਆਂ ਦਾ ਇਲਾਜ ਹੋ ਸਕੇ। ਹੁਣ ਜਦੋਂ ਇਹ ਖਬਰ ਆਈ ਹੈ, ਇਹਦੇ ਤੋਂ ਬਾਅਦ ਲਗਭਗ 165 ਮੁਲਕ ਇਕੱਠੇ ਹੋ ਗਏ ਆ। ਇਹਨਾਂ ਸਾਰੇ ਮੁਲਕਾਂ ਨੇ ਦਵਾਈ ਬਣਾਉਣ ਦੇ ਵਾਸਤੇ ਇੱਕ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਅਸੀਂ ਇੱਕ ਸੰਸਥਾ ਬਣਾ ਲਈ ਹੈ। ਉਹ ਸੰਸਥਾ ਹੁਣ ਇਹ ਦੇਖੂਗੀ ਕਿ ਕਿਹੜੇ ਮੁਲਕ ਨੂੰ ਤਾਂ ਦਵਾਈ ਦੇਣੀ ਪਵੇਗੀ ਅਤੇ ਕਿਹੜੇ ਮੁਲਕ ਇਸ ਦਵਾਈ ਨੂੰ ਲੈਣ ਦੀ ਸਮਰੱਥਾ ਰੱਖਦੇ ਆ। ਅਸਲ ਦੇ ਵਿੱਚ 165 ਮੁਲਕ ਨੇ, ਇਹਨਾਂ ਦੇ ਵਿੱਚੋਂ 70 ਮੁਲਕ ਤਾਂ ਅਮੀਰ ਮੁਲਕ ਨੇ ਤੇ ਜਿਹੜੇ ਬਾਕੀ ਦੇ ਮੁਲਕ ਨੇ ਹੋ ਸਕਦਾ ਕਿ ਉਹ ਆਪਣੀ ਦਵਾਈ ਆਪ ਨਾ ਖਰੀਦ ਸਕਣ। ਇਸ ਕਰਕੇ ਇਹ ਵੀ ਕਿਆਸ ਲਗਾਏ ਜਾ ਰਹੇ ਸੀ, ਸ਼ੰਕੇ ਪ੍ਰਗਟਾਏ ਜਾ ਰਹੇ ਸੀ ਕਿ ਜਿਹੜੇ ਅਮੀਰ ਮੁਲਕ ਨੇ ਹੋ ਸਕਦਾ ਉਹ ਆਪਣੇ ਨਾਗਰਿਕਾਂ ਦੇ ਵਾਸਤੇ ਕਰੋਨਾ ਵਾਇਰਸ ਦੀ ਦਵਾਈ ਦੀ ਵੈਕਸੀਨ ਦੀ ਜਾਂ ਦਵਾਈ ਦਾ ਭੰਡਾਰ ਕਰ ਲੈਣ। ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਰਤਾਨੀਆ ਨੇ, ਜਰਮਨੀ ਨੇ, ਫਰਾਂਸ ਨੇ, ਅਮਰੀਕਾ ਨੇ ਤੇ ਇੱਕ ਦੋ ਮੁਲਕ ਹੋਰ ਨੇ, ਇਹਨਾਂ ਨੇ ਐਡਵਾਂਸ ਦੇ ਵਿੱਚ ਦਵਾਈਆਂ ਦੇ ਆਰਡਰ ਦਿੱਤੇ ਵੀ ਹੋਏ ਨੇ। ਜਿਹੜੀਆਂ ਕੰਪਨੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਲਾਸਟ ਸਟੇਜ ਵੱਲ ਵਧ ਰਹੇ ਹਾਂ, ਭਾਵ ਪਹਿਲਾਂ ਤੋਂ ਇਹਨਾਂ ਨੇ ਲੱਖਾਂ ਡੋਜ਼ ਆਰਡਰ ਕਰ ਰੱਖੇ ਹੈ। ਫਿਰ ਹੁਣ ਜੇ ਇਹਨਾਂ ਨੇ ਡੋਜ਼ ਆਰਡਰ ਕਰ ਦਿੱਤੇ, ਉਹ ਗਰੀਬ ਮੁਲਕਾਂ ਦਾ ਕੀ ਬਣੂ? ਇਸ ਕਰਕੇ ਇੱਕ ਕੰਪਨੀ, ਇੱਕ ਸੰਸਥਾ, ਕੰਪਨੀ ਤਾਂ ਨਹੀਂ ਖੈਰ, ਇੱਕ ਸੰਸਥਾ ਬਣੀ ਹੈ ਤੇ ਸੰਸਥਾ ਦਾ ਨਾਮ ਜਿਹੜਾ ਰੱਖਿਆ ਗਿਆ ਉਹ ਇਹ ਹੈ ਕਿ ਗਾਮਾ ਕੰਪਨੀ ਹੈ। ਗਾਵੀ ਕੰਪਨੀ ਦੇ CEO ਜਿਹੜੇ ਬਣਾਏ ਗਏ ਨੇ ਉਹ ਸੇਥ ਬਰਕਲੇ ਨੇ। ਹੁਣ ਗਾਵੀ ਸੰਸਥਾ ਦੇ CEO ਨੇ ਕਿਹਾ ਕਿ ਅਸੀਂ ਇੱਕ ਫੰਡ ਇਕੱਤਰ ਕਰਾਂਗੇ, ਉਹਦੇ ਵਿੱਚ ਅਮੀਰ ਮੁਲਕ ਵੀ ਪੈਸੇ ਪਾਉਣਗੇ ਤਾਂ ਕਿ ਜਿਹੜੇ ਗਰੀਬ ਮੁਲਕ ਨੇ ਵੈਕਸੀਨ ਜਿਨ੍ਹਾਂ ਨੂੰ ਚਾਹੀਦੀ ਹੋਏਗੀ, ਤਾਂ ਕਿ ਇਹ ਸੰਸਥਾ ਇਹ ਪੱਕੇ ਕਰੇਗੀ ਕਿ ਅਮੀਰ ਮੁਲਕਾਂ ਦੇ ਨਾਲ ਗਰੀਬ ਮੁਲਕਾਂ ਤੱਕ ਵੀ ਇਹ ਵੈਕਸੀਨ ਜੇਕਰ ਬਣ ਜਾਂਦੀ ਹੈ ਤਾਂ ਉਹਨਾਂ ਤੱਕ ਪੁੱਜਦੀ ਕਰ ਦਿੱਤੀ ਜਾਵੇ। ਇੱਥੋਂ ਇੱਕ ਗੱਲ ਸਪਸ਼ਟ ਹੋ ਰਹੀ ਹੈ, ਸਿੱਧ ਹੋ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਇਹਦੇ ਤੋਂ ਵੀ ਵੱਡੀ ਤੇ ਅਹਿਮ ਖਬਰ ਦੁਨੀਆ ਨੂੰ ਸੁਣਨ ਵਾਸਤੇ ਮਿਲ ਸਕਦੀ ਹੈ। ਜੇ 165-70 ਮੁਲਕ ਇਕੱਠੇ ਹੋ ਕੇ ਆ ਗਾਵੀ ਨਾਂ ਦੀ ਸੰਸਥਾ ਦਾ ਇੱਕ ਨਿਰਮਾਣ ਕਰ ਰਹੇ ਨੇ, ਗਾਵੀ ਵਰਗੀ ਇੱਕ ਸੰਸਥਾ ਬਣਾ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਕੋਈ ਨਾ ਕੋਈ ਮੁਲਕ, ਕੋਈ ਨਾ ਕੋਈ ਸੰਸਥਾ, ਕੋਈ ਨਾ ਕੋਈ ਵਿਗਿਆਨੀ ਦਵਾਈ ਬਣਾਉਣ ਦੇ ਬਿਲਕੁਲ ਨੇੜ ਪਹੁੰਚ ਗਿਆ ਤਾਂ ਕਿ ਉਹਨਾਂ ਨੂੰ ਲੱਗਦਾ ਕਿ ਸੰਸਥਾ ਪਹਿਲਾਂ ਬਣਾ ਲਈ ਜਾਵੇ। ਕਿਤੇ ਅਜਿਹਾ ਨਾ ਹੋਵੇ ਕਿ ਵੈਕਸੀਨ ਬਣੇ ਤੇ ਸਿਰਫ ਅਮੀਰ ਮੁਲਕਾਂ ਦੇ ਨਾਗਰਿਕ ਜਾਂ ਅਮੀਰ ਮੁਲਕਾਂ ਦੇ ਜਿਹੜੇ ਰੋਗੀ ਨੇ ਉਹਨਾਂ ਵਾਸਤੇ ਦਵਾਈ ਸੀਮਤ ਹੋ ਕੇ ਰਹਿ ਜਾਏ। ਇਹ ਇੱਕ ਸੰਸਥਾ ਦਾ ਨਿਰਮਾਣ ਹੋਣਾ, ਸੰਸਥਾ ਦਾ ਬਣਨਾ ਜਾਂ ਬਣਾਇਆ ਜਾਣਾ ਦੁਨੀਆ ਵਾਸਤੇ ਇੱਕ ਚੰਗਾ ਸੰਕੇਤ ਹੈ। ਇਹਦੇ ਨਾਲ ਮੈਂ ਹੁਣ ਪ੍ਰੋਗਰਾਮ ਦਾ ਆਗਾਜ਼ ਟਵਿੱਟਰ ਤੋਂ ਕੀਤਾ ਸੀ। ਦੋਸਤੋ, ਕੱਲ ਕੁਝ ਸੈਕਿੰਡਾਂ ਵਾਸਤੇ ਤੇ ਕੁਝ ਮਿੰਟਾਂ ਦੇ ਵਾਸਤੇ ਟਵਿੱਟਰ ਨੂੰ ਸੰਨ ਲਾ ਲਈ ਗਈ। ਜਿਉਂ-ਜਿਉਂ ਦੁਨੀਆ ਤਰੱਕੀ ਕਰ ਰਹੀ ਹੈ, ਅੱਗੇ ਡਾਕੇ ਦਿਨੇ ਪੈਂਦੇ ਸੀ, ਚੋਰੀਆਂ ਰਾਤ ਨੂੰ ਹੁੰਦੀਆਂ ਸੀ, ਪਰ ਹੁਣ ਲੋਕਾਂ ਦੇ ਚੋਰੀ ਕਰਨ ਦੇ ਢੰਗ ਤਰੀਕੇ ਜਿਉਂ-ਜਿਉਂ ਟੈਕਨੋਲੋਜੀ ਆ ਰਹੀ ਹੈ ਬਦਲ ਰਹੇ ਨੇ। ਇੱਕ ਬਿਟਕੋਇਨ ਇੱਕ ਡਿਜੀਟਲ ਕਰੰਸੀ ਹੈ। ਬਾਹਲੇ ਮੁਲਕਾਂ ਦੇ ਵਿੱਚ ਤਾਂ ਇਸ ਨੂੰ ਆਗਿਆ ਨਹੀਂ ਦਿੱਤੀ ਹੋਈ ਇਸ ਦੀ ਵਰਤੋਂ ਦੀ, ਪਰ ਕੁਝ ਮੁਲਕਾਂ ਦੇ ਵਿੱਚ ਬਿਟਕੋਇਨ ਵਰਤੇ ਜਾ ਰਹੇ ਨੇ। ਹੁਣ ਜਦੋਂ ਟਵਿੱਟਰ ਦੇ ਅਕਾਊਂਟਸ ਨੂੰ ਸੰਨ ਲਾਈ ਗਈ, ਤੁਸੀਂ ਦੇਖੋ ਵੀ ਕਿੱਡੇ ਕਿੱਡੇ ਬੰਦਿਆਂ ਦੇ ਅਕਾਊਂਟ ਨੂੰ ਸੰਨ ਲਾਈ ਗਈ। ਉਹਦਾ ਕਾਰਨ ਕੀ ਸੀ ਉਹ ਮੈਂ ਤੁਹਾਨੂੰ ਦੱਸਦਾ। ਹੁਣ ਦੇਖੋ, ਬਿਲ ਗੇਟਸ ਜਿਹੜੇ ਆਪਣੇ ਕਮਾਈ ਦਾ ਬਹੁਤ ਵੱਡਾ ਹਿੱਸਾ ਲੋਕਾਂ ਨੂੰ ਦਾਨ 'ਚ ਦਿੰਦੇ ਨੇ, ਜਿਹੜੇ ਮਾਈਕਰੋਸਾਫਟ ਦੇ ਕੋ-ਫਾਊਂਡਰ ਨੇ, ਉਹਨਾਂ ਦੇ ਅਕਾਊਂਟ ਤੋਂ ਜੇਕਰ ਤੁਹਾਨੂੰ ਜਾਂ ਮੇਰੇ ਵਰਗੇ ਬੰਦੇ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਇਹ ਮੈਸੇਜ ਆਵੇ, ਬਲੂ ਟਿਕ ਉਹਨਾਂ ਦਾ ਅਕਾਊਂਟ ਹੋਇਆ ਹੋਇਆ, ਉਸ ਅਕਾਊਂਟ ਤੋਂ ਮੈਸੇਜ ਆਵੇ ਕਿ ਅੱਧੇ ਘੰਟੇ ਦੇ ਵਿੱਚ ਜਿੰਨੇ ਤੁਸੀਂ ਪੈਸੇ ਮੇਰੇ ਅਕਾਊਂਟ ਦੇ ਵਿੱਚ ਪਾਓਗੇ, ਦਾਨ ਕਰੋਗੇ, ਇਹਦੇ ਤੋਂ ਡਬਲ ਮੈਂ ਦਾਨ ਦਿਆਂਗਾ। ਹੁਣ ਬੰਦਾ ਸੋਚਦਾ ਯਾਰ ਬਿਲ ਗੇਟਸ ਦਾ ਮੈਨੂੰ ਮੈਸੇਜ ਆਇਆ, ਚੰਗੀ ਗੱਲ ਹੈ,
मैं क्यों ना दान देवां। इसे तरह साबका राष्ट्रपति अमरीका के बराक ओबामा का इस वक्त जो डेमोक्रेट पार्टी के राष्ट्रपति चोणां लड़न वाले उम्मीदवार ने जो बाइडेन का टेस्ला कंपनी के CEO का ये कुछ एक बंदे सी, वारन बफे का, जैफ जेजोस का, तो बहुत सारे बंदे ने जिन्हों के वड्डे वड्डे ते ग्रेट बंदे जिन्होंने आख्या जा सकता जिहड़े कम्यूनिटी वास्ते भाईचारे वास्ते कुछ कर रहे हैं। उन्होंने 5-7 बंदियां दे अकाउंट हैक किए गए तो उत्थों इस तरह के मैसेज भेजे गए। पर चंगी गल ये हुई कि हाले लगभग $1,30,000 का ही लोगों का ठगण दे विच कामयाब रहे सी। उदों तक ट्विटर वालों को पता लग गया कि किसी ने इन्होंने व्यक्तियों के अकाउंट हैक कर ले गए, सन ला ले। उन्होंने काहली नाल कार्रवाई करदियां होइयां इस चीज़ के उत्ते काबू पा लिया। हुण इहदी जांच की जा रही है, पड़ताल की जा रही है कि कौन व्यक्ति सी, किहड़े मुल्क के व्यक्ति सी, किहड़े कारनां करके ये कुछ एक बंदियां दे अकाउंट हैक कर ले गए। बाद दे विच भावें ये रिकवर कर ले गए नहीं, पर फिर भी कुछ मिनटां दे विच भी काफ़ी वड्डी रकम एकत्र करन दे विच ये चोर, ये लुटेरे, ये डाकू आखे जा सकते हैं कामयाब रहे। हुण इहदे नाल नाल जिहड़ी अगली खबर है वो अपने आप दे विच एक बहुत हैरानीजनक, कोलंबीया दे विच सरकार ने लॉकडाउन किया होया क्योंकि उत्थे भी मामले लगातार करोना वायरस से वध रहे हैं। पर हुण उत्थे कई सूबियां दे विच पैरलल सरकार आपां आखदी है, समानांतरिक सरकार चल रही है गैंगस्टर की, ड्रग माफिया की, ड्रग डीलर्स की। हुण उत्थे उन्होंने की किया होया कि जिहड़ा व्यक्ति शाम के 5 बजे तो बाद किसी बाजार च जाऊगा उन्होंने गोली नाल उड़ा देना। जिहड़ा व्यक्ति मच्छियां फड़न जाऊ उन्होंने गोली नाल उड़ा देना। जिहड़े गरीब तबके के लोग ने, जे किते कोई रेड़ी कोई ठेला लाउंदा है सब्जी भाजी का जां किसी होर चीज़ का, कोई गोल गप्पियां का, तो उन्होंने असीं गोली नाल उड़ा देना। हुण एक पासे सरकार की सख्ती है तो दूसरे पासे इस वक्त कोलंबीया दे विच आ गैंगस्टर ने जिहड़े ये अपना राज स्थापित करी बैठे है। खास करके कोका ते गुआवरे स्टेट दे विच आम तौर पर इन्हां दा काफ़ी बोलबाला रहिंदा ते इन्हां ने कई गड्डियां, कई मोटरसाइकिलों भी अग ला दी है। इन्हां नूं माड़ा जिहा भी शक हो रहा है कि आ बंदा साडे दिते हुक्म की उलंघना कर रहा है जां साडी आखी गल मन नहीं रहा, उन्होंने गोली नाल उड़ा रहे हैं। ह्यूमन राइट वाच की रिपोर्ट के विच खुलासा होया कि हुण तक ये लोग 8 बंदियां नूं गोली का शिकार बना चुके हैं। उन्होंने गोलियां इस करके मारियां गईयां कि असीं इन्हां नूं कहा सी कि मच्छियां फड़न नहीं जाना, मच्छी फड़न गए। इन्हां नूं कहा सी तुसीं रेहड़ी नहीं लाउणी, इन्हां ने रेहड़ी लाई। इन्हां नूं कहा सी कि शाम के 5 बजे तो बाद तुसीं किसी बाजार दे विच भावें करियाना, भावें खाण पीण के खाद पदार्थ ने लैण तक नहीं जाना, ये लैण गए। हुण इस करके उन्होंने गोलियां मारियां गईयां ने। सब तो वध इन्हां दा मारू जिहड़ा असर जां इन्हां दा प्रभाव खास करके पेंडू इलाकों के विच है। एक तमाको शहर पैंदा है, तमाको शहर दे विच कहंदे इन्हां दा इन्ना क प्रभाव है, ये जदों लंघदे ने लोग घरां दे विचों बाहर नहीं निकलदे। हुण तमाको शहर दे विचों ही 8 लोगों का इन्हां ने कतल कर दिता। हुण इन्हां शहरां दे विच ये भी खबरां मिल रही ने कि आम तौर पर उत्थों की पुलिस ते गैंगस्टर एक दूसरे के आमो सामने कई बारी झड़पां भी हो चुकियां ने। इस करके लोगों में सहम भी है, पर लोग कई बारी डरदे मारे करन की। गरीब बंदा वो गया होया बेचारा 3 बजे, हो सकता उन्होंने 5 बजे तो बाद उत्थे समा हो जाए, वो 5 बजे तो पहला मुड़ ना सके। जां जिहड़ा बंदा दिहाड़ीदार है, जिहड़ा मजदूर है, जिहड़ा रोज़ अपने परिवार का गुजारा रेहड़ी ला के कर रहा है, वो भी डरे हुए नहीं, सहमे हुए नहीं। पर ये अपना समानांतर सरकार के राज चला रहे हैं। कोलंबीया दे विच जिथे करोना वायरस की मार पै रही है, उत्थे आ ड्रग माफिया ये अपने पद्धर के उत्ते लोगों के उत्ते राज कर रहा है। ह्यूमन राइट वाच की रिपोर्ट के विच ये खुलासे ने अणमनुखी हुए हैं। सो ये सन दोस्तों अज कुछ खबरां। उम्मीद कर रहे हैं कि तुहानूं चंगियां लगियां होणगियां। जेकर तुहानूं साडा ये प्रोग्राम चंगा लगदा है, अपील करदा, बेनती करदा कि चैनल को जरूर सबसक्राइब करो। तुहाडा दिलों धन्नवादी होवांगा। दविंदर सिंह बैनीपाल आग्या दिओ। सत श्री अकाल, ते रब राखा।